Education is the pillar of any society, and with the correct guidance, anyone can accelerate towards a bright future. And one person who has impacted the education sector in North India in a phenomenal way and directed our youth to endless opportunities is here with us today. Please welcome Mr. Ashutosh Anand, the founder of Touchstone, on Friday Talks. Welcome, sir. Thank you so much, sir, for sparing your precious time and coming to our show, sir. ਥੈਂਕ ਯੂ ਵੈਰੀ ਮਚ ਸਰ ਤੁਹਾਡੀ ਜਰਨੀ ਟੱਚਸਟੋਨ ਦੀ ਜਰਨੀ ਬਾਰੇ ਹਰ ਇੱਕ ਬੱਚਾ ਜਾਣਦਾ ਹੈ ਸਰ. ਯੂ ਹੈਵ ਬੀਨ ਅ ਪਾਇਨੀਅਰ ਇਨ ਦਿਸ ਇੰਡਸਟਰੀ. ਯੂ ਆਰ ਐਨ ਐਂਟਰਪ੍ਰੈਨਿਓਰ ਯੋਰਸੈਲਫ. ਯੂ ਆਰ ਫਰਸਟ ਜਨਰੇਸ਼ਨ ਐਂਟਰਪ੍ਰੈਨਿਓਰ ਐਂਡ ਤੁਸੀਂ ਇੱਕ ਲੈਵਲ ਤੋਂ ਸ਼ੁਰੂ ਕੀਤਾ, ਅੱਜ ਬਹੁਤ ਵੱਡਾ ਮੁਕਾਮ ਹਾਸਿਲ ਕੀਤਾ ਸਰ. ਬਟ ਤੁਹਾਡੀ ਪਰਸਨਲ ਜਰਨੀ ਬਾਰੇ ਸਰ ਸਾਰੇ ਲੋਕ ਜਾਣਨਾ ਚਾਹਾਂਗੇ ਕਿ ਤੁਸੀਂ ਕਿੱਥੋਂ ਸ਼ੁਰੂ ਹੋਏ ਤੇ ਤੁਸੀਂ ਇੱਥੇ ਤੱਕ ਕਿਵੇਂ ਪਹੁੰਚੇ ਸਰ. ਇਹ ਕੁਐਸਚਨ ਬਹੁਤ ਬੇਸਿਕ ਕੁਐਸਚਨ ਤੋਂ ਤੁਸੀਂ ਸ਼ੁਰੂ ਕੀਤਾ ਹੈ ਤੇ ਇੱਥੇ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਨਾ ਚਾਹਾਂਗਾ ਕਿ ਜਦੋਂ ਤੁਸੀਂ ਯੂ ਕਹਿੰਦੇ ਹੋ ਜਾਂ ਤੁਸੀਂ ਕਹਿੰਦੇ ਹੋ ਤਾਂ ਇੱਥੇ ਯੂ ਤੇ ਤੁਸੀਂ ਵਿੱਚ ਨਾ ਜੀ ਮੇਰੇ ਤੋਂ ਇਲਾਵਾ ਮੇਰੀ ਵਾਈਫ ਪਹਿਲੇ ਹੈ ਜੀ. ਸੋ ਮਾਇਆ ਐਂਡ ਮੀ ਜੀ ਵੀ ਸਟਾਰਟਿਡ ਆਲ ਥੀਸ ਥਿੰਗਸ ਟੁਗੇਦਰ. ਸੋ ਇੱਥੇ ਮੈਂ ਸਾਹਮਣੇ ਬੈਠਾ ਤੁਹਾਡੇ ਜੀ ਲੇਕਿਨ ਉਹ ਸਾਹਮਣੇ ਨਹੀਂ ਆਉਂਦੀ. ਸ਼ੀ ਤੁਹਾਡਾ ਡਜ਼ਨਟ backbone ਹੈ. ਯੈਸ ਸ਼ੀ ਇਜ਼ ਐਕਚੁਅਲੀ ਸ਼ੀ ਇਜ਼ ਐਵਰੀਥਿੰਗ ਜੀ ਫਾਈਨ ਤੇ ਲੇਕਿਨ ਸਾਹਮਣੇ ਨਹੀਂ ਆਉਂਦੀ. ਜੀ ਸੋ ਇੱਥੇ ਯੂ ਦਾ ਮਤਲਬ ਮੈਂ ਉਹਨਾਂ ਵੱਲੋਂ ਹੀ ਆਨਸਰ ਕਰ ਰਿਹਾ, ਠੀਕ ਹੈ ਨਾ. ਅਲਫਾਜ਼ ਮੇਰੇ ਨੇ ਲੇਕਿਨ ਬਾਕੀ ਸਾਰੀ ਚੀਜ਼ਾਂ ਉਹਨਾਂ ਦੀਆਂ ਹੋ ਸਕਦੀਆਂ. ਜਦੋਂ ਅਸੀਂ ਟੱਚਸਟੋਨ ਸ਼ੁਰੂ ਕੀਤਾ ਸੀ ਜੀ ਇਟ ਵਾਸ 2003 ਜੀ when we started the company by the name of Touchstone. ਜੀ ਉਸ ਤੋਂ ਪਹਿਲੇ ਮੇਰਾ ਸਟੱਡੀ ਜ਼ੋਨ ਦੇ ਨਾਮ ਤੋਂ ਇੱਕ ਇੰਸਟੀਚਿਊਟ ਸੀਗਾ ਜਿੱਥੇ ਮੈਂ ਪੜ੍ਹਾਉਂਦਾ ਸੀ. ਜੀ ਸਰ ਮੋਹਾਲੀ ਬੇਸਡ ਹੀ ਸੀ ਤੁਸੀਂ? ਨਹੀਂ ਅਸੀਂ ਜੋ ਸਟੱਡੀ ਜ਼ੋਨ ਸੀ ਉਹ ਪੰਚਕੂਲਾ 'ਚ ਸੀਗਾ. ਜੀ ਓਕੇ. ਘਰ ਤੋਂ ਟਿਊਸ਼ਨਸ ਲੈਣੀਆਂ ਜੀ ਜਾਂ ਬਾਕੀ ਕੰਮ ਕਰਨੇ. I did lot of things, like I did lot of jobs also. also. We want to listen to that backward journey also ਕਿ ਤੁਸੀਂ ਐਜੂਕੇਸ਼ਨ ਕਿੱਥੋਂ ਕੀਤੀ ਔਰ ਫਿਰ ਉਸ ਤੋਂ ਬਾਅਦ ਕੀ ਜੌਬ ਕੀਤੀ ਜਾਂ ਤੁਸੀਂ ਸਿੱਧਾ ਹੀ ਬਿਜ਼ਨਸ ਕੀਤਾ. ਸੋ ਵਾਟਸ that story sir? ਮੇਰੀ ਜਿਹੜੀ ਸਭ ਤੋਂ ਪਹਿਲੀ ਜੌਬ ਸੀ that was of 700 rupees. ਓਕੇ. ਤੇ 700 ਰੁਪਏ ਦੀ ਜੌਬ ਮੈਂ ਕੀਤੀ ਸੀ ਇੱਕ STD ਬੂਥ ਤੇ. STD ਬੂਥ ਤੋਂ ਜੋ ਜਰਨੀ ਸ਼ੁਰੂ ਹੋਈ ਜੀ ਉਹ ਅੱਜ ਇੱਥੇ ਚੱਲ ਰਹੀ ਹੈ. ਉਸ ਤੋਂ ਬਾਅਦ I have changed lot of jobs also. ਜੀ ਐਂਡ ਬਟ ਸਾਈਡ ਬਾਈ ਸਾਈਡ ਜੌਬਸ ਦੇ ਨਾਲ ਜਾਂ ਮੇਰੀ ਪੜ੍ਹਾਈ ਦੇ ਨਾਲ I was teaching students. ਓਕੇ. ਸੋ ਟੀਚਿੰਗ ਦੇ ਵਿੱਚ ਸਰ ਜਿਹੜਾ ਤੁਹਾਡਾ ਕੁਝ ਬੈਕਗ੍ਰਾਉਂਡ ਟੀਚਿੰਗ ਦਾ ਸੀ ਜਾਂ ਪੇਰੈਂਟਸ ਸੀਗੇ ਕਿ ਇਟ ਵਾਸ ਜਸਟ ਲਾਈਕ ਦੈਟ? It was just like that. ਓਕੇ. Fine. ਤੇ ਬਿਕੋਜ਼ ਕਹਿੰਦੇ ਆ ਕਿ ਐਜੂਕੇਸ਼ਨ ਦੇ ਵਿੱਚ ਸਪੈਸੀਫਿਕਲੀ ਪੇਰੈਂਟਸ ਅਗਰ ਟੀਚਰਸ ਹੋਣ ਤਾਂ ਹੀ ਅੱਗੇ ਬੱਚੇ ਉਹ ਟੀਚਿੰਗ ਲਾਈਨ ਦੇ ਵਿੱਚ ਜ਼ਿਆਦਾਤਰ ਜਾਂਦੇ ਆ. ਐਕਚੁਅਲੀ ਮੇਰਾ ਇਹ ਸਾਰਾ ਬੇਸ ਨਾ ਸ਼ਾਇਦ ਮੇਰੇ ਸਕੂਲ ਤੋਂ ਸ਼ੁਰੂ ਹੋਇਆ ਜਾਂ ਮੇਰੇ ਟਿਊਸ਼ਨ ਜੋ ਟੀਚਰ ਸੀਗੇ ਜਿਨ੍ਹਾਂ ਨੇ ਮੈਨੂੰ ਮੈਥਸ ਪੜ੍ਹਾਇਆ ਜੀ ਉਹਨਾਂ ਦਾ ਨਾਮ ਮਨੋਜ ਕੁਮਾਰ ਸਰ ਹੈ. ਜੀ ਤੇ ਉਹਨਾਂ ਨੇ ਮੈਨੂੰ ਸ਼ਾਇਦ ਇੰਸਪਾਇਰ ਕੀਤਾ ਕਿ ਪੜ੍ਹਾਉਣਾ ਕਿਵੇਂ ਹੁੰਦਾ ਹੈ. ਜੀ ਅਸੀਂ 2 ਵਜੇ ਸਕੂਲ ਤੋਂ ਛੁੱਟੀ ਹੁੰਦੀ ਸੀ ਤੇ ਮਨੋਜ ਕੁਮਾਰ ਸਰ ਸਾਨੂੰ ਮੈਥਸ ਪੜ੍ਹਾਉਣ ਵਾਸਤੇ ਆਪਣੇ ਕੋਲ ਬੁਲਾ ਲੈਂਦੇ ਸੀ ਜੀ ਤੇ ਰਾਤੀ 9 ਵਜੇ ਤੱਕ ਉਹਨਾਂ ਕੋਲ ਮੈਥਸ ਪੜ੍ਹਦੇ ਸੀ. ਜੀ ਜਿਹੜੇ ਸਾਡੇ ਨਾਲ ਵਾਲੇ ਕੁਝ ਇੱਦਾਂ ਦੇ ਸਟੂਡੈਂਟ ਸੀਗੇ ਜਿਹੜੇ 5 ਸਬਜੈਕਟ ਜਾਂ 6 ਸਬਜੈਕਟਾਂ 'ਚ ਫੇਲ ਹੁੰਦੇ ਸੀ ਤੇ ਮੈਥ 100 'ਚ 100. ਕੀ ਬਾਤ ਹੈ. ਸੋ ਹੀ ਵਾਸ ਸੱਚ ਅ ਨਾਈਸ ਟੀਚਰ. ਹੀ ਇਜ਼ ਸਟਿਲ ਦੇਅਰ. ਆਈ ਐਮ ਸ਼ੋਰ ਕਿ ਸ਼ਾਇਦ ਉਹ ਸੁਣ ਵੀ ਰਹੇ ਹੋਣਗੇ ਸਾਨੂੰ. ਉਹਨਾਂ ਨੇ ਇਹ ਸਮਝਾਇਆ ਕਿ ਟੀਚਿੰਗ ਦਾ ਮਤਲਬ ਕੀ ਹੈ ਤੇ ਸਿੰਸੀਅਰ ਟੀਚਰ ਦਾ ਮਤਲਬ ਕੀ ਹੈ. ਜੀ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹਾਂਗਾ. ਅੱਜ ਦੀ ਡੇਟ 'ਚ ਅਸੀਂ ਸਾਡਾ ਜੋ ਨਾਰਮਲ ਥਾਟ ਪ੍ਰੋਸੈਸ ਹੈ ਉਹ ਥਾਟ ਪ੍ਰੋਸੈਸ ਪਤਾ ਕੀ ਹੈ ਕਿ ਜੇਕਰ ਬੱਚਾ ਪੈਦਾ ਹੋਇਆ ਤੁਸੀਂ ਉਹਨੂੰ ਸਕੂਲ 'ਚ ਪਾਤਾ ਜਿਹੜੀ ਉਸ ਡਿਗਰੀ ਕਰਕੇ ਨਿਕਲੇਗਾ ਉਸ ਡਿਗਰੀ ਦੇ ਹਿਸਾਬ ਨਾਲ ਉਹ ਆਪਣੀ ਲਾਈਫ ਜੀਏਗਾ. whereas ਅਗਰ ਅਸੀਂ ਆਸ-ਪਾਸ ਆਪਣੇ ਦੇਖੀਏ ਤਾਂ ਇਦਾਂ ਤਾਂ ਕੁਝ ਵੀ ਨਹੀਂ ਹੋ ਰਿਹਾ ਸਰ. ਮੈਜੋਰਿਟੀ ਆਫ ਸਟੂਡੈਂਟਸ ਜਿਹੜੇ ਅੱਜ ਦੀ ਡੇਟ 'ਚ ਬੀਟੈਕ ਕਰ ਰਹੇ ਨੇ, ਮਾਈਕਰੋਬਾਇਓਲੋਜੀ ਕਰ ਰਹੇ ਨੇ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਕੋਰਸ ਕਰ ਰਹੇ ਹੈ, ਦੇ ਆਰ ਨਾਟ ਐਂਡਿੰਗ ਅਪ ਵਿਦ ਦ ਸੇਮ ਫੀਲਡ. ਬਿਲਕੁਲ ਸਰ. ਠੀਕ ਹੈ, ਬਿਲਕੁਲ ਅਲੱਗ ਹੈ. ਤੇ ਲੇਕਿਨ ਸਾਡਾ ਕਨਸੈਪਟ ਹੈ ਕਿ ਮਤਲਬ ਥਾਟ ਇਦਾਂ ਦਾ ਹੈ ਕਿ ਯਾਰ ਅਗਰ ਟੀਚਰ ਕੀਤਾ ਬੀਐਡ ਕੀਤੀ ਹੈ ਜੀ ਤਾਂ ਇਹ ਟੀਚਰ ਲੱਗੇਗਾ ਤਾਂ ਟੀਚਰ ਲੱਗੇਗਾ. ਅਗਰ ਤੁਸੀਂ ਇੰਜੀਨੀਅਰ ਹੋ ਤਾਂ ਤੁਸੀਂ ਇੰਜੀਨੀਅਰਿੰਗ ਕੀਤੀ ਹੈ. ਇਨਫੈਕਟ ਆਈ ਫੀਲ ਦੈਟ ਬਹੁਤ ਸਾਰੇ ਇਦਾਂ ਦੇ ਇੰਜੀਨੀਅਰਸ ਹੋਣਗੇ, ਮਕੈਨੀਕਲ ਇੰਜੀਨੀਅਰਸ ਹੋਣਗੇ ਜਿਨ੍ਹਾਂ ਨੂੰ ਇੰਜਨਸ ਬਾਰੇ ਕੁਝ ਨਹੀਂ ਪਤਾ ਹੋਏਗਾ ਲੇਕਿਨ ਸੜਕ ਤੇ ਕੰਮ ਕਰਦਾ ਹੋਇਆ ਜਿਹੜਾ ਮਕੈਨਿਕ ਹੈ ਹੀ ਮਸਟ ਬੀ ਅਵੇਅਰ ਆਫ ਮੋਰ ਦੈਨ ਥੀਸ ਪੀਪਲ. ਐਗਜ਼ਾਮਸ ਨਾ ਲਿਖ ਸਕੇ that is all together different thing, but he can do his job better than any of the engineer. 100% ਸਰ. ਪੜ੍ਹਾਉਣ ਦਾ ਮਤਲਬ ਇਹ ਨਹੀਂ ਹੈ ਕਿ 1 ਘੰਟੇ ਦੇ ਅੰਦਰ ਤੁਸੀਂ ਬੱਚੇ ਨੂੰ ਬੁਲਾਇਆ, 1 ਘੰਟਾ ਪੜਾਇਆ, ਟਾਈਮ ਦੇਖਿਆ ਤੇ ਆਪਣੇ ਘਰ ਚਲੇ ਗਏ. ਜੀ ਫਾਈਨ. ਐਂਡ ਸੇਮ ਲੱਕੀਲੀ ਮਾਇਆ ਦੇ ਥਾਟਸ ਵੀ ਸੇਮ ਸੀਗੇ. ਅਸੀਂ ਇੱਕ ਬੱਚੇ ਨੂੰ ਇਨ ਦ ਬਿਗਨਿੰਗ 15 ਘੰਟੇ ਵੀ ਪੜਾਇਆ ਹੈ. ਅੱਛਾ ਸਰ. ਇਨ ਅ ਡੇ.
ਅੱਛਾ ਜੀ। ਸਟੂਡੈਂਟਸ 2003 2004 ਚੋਂ ਬਹੁਤ ਜ਼ਿਆਦਾ ਵੀਕ ਹੁੰਦੇ ਸੀਗੇ। ਮੈਂ 1998 ਤੋਂ ਪੜ੍ਹਾ ਰਿਹਾ ਜੀ ਤੇ ਇਹਨਾਂ 24 ਇਅਰਸ ਚ ਅਸੀਂ ਕਾਫੀ ਚੀਜ਼ਾਂ ਸਿੱਖੀਆਂ, ਲੇਕਿਨ ਇੱਕ ਚੀਜ਼ ਅਸੀਂ ਹਮੇਸ਼ਾ ਇਹ ਸਿੱਖੀ ਕਿ ਜੇਕਰ ਤੁਸੀਂ ਘੜੀ ਦੇਖਣ ਲੱਗੇ ਨਾ, ਜੀ ਦੈਨ ਯੂ ਵਿਲ ਨਾਟ ਬੀ ਏਬਲ ਟੂ ਟੀਚ। ਜੀ ਸਾਡੇ ਨਾਲ ਵੀ ਆਰ ਕੁਆਇਟ ਅਨਫੋਰਚੂਨੇਟ ਕਿ ਸਾਡੀ ਯੂਥ ਨੂੰ ਵੀ ਇੱਕ ਪ੍ਰੋਬਲਮ ਹੈ, ਉਹ ਲੋਕ ਘੜੀ ਦੇਖ ਕੇ ਆਉਂਦੇ ਨੇ ਤੇ ਘੜੀ ਦੇਖ ਕੇ ਜਾਂਦੇ ਚਲੇ ਨੇ। ਜਾਂਦੇ ਹਨ। ਉਹਨਾਂ ਨੂੰ ਹਮੇਸ਼ਾ ਹੁੰਦਾ ਕਿ 15 ਮਿੰਟ ਪਹਿਲੇ ਦੇਖਣਾ ਸ਼ੁਰੂ ਕਰ ਦੇਣਗੇ ਕਿ ਉਹ ਟਾਈਮ ਹੋਣ ਵਾਲਾ ਹੈ। ਹਾਂਜੀ ਠੀਕ ਹੈ, ਆਈ ਥਿੰਕ ਪੜ੍ਹਾਈ ਦਾ ਕੋਈ ਟਾਈਮ ਨਹੀਂ ਹੈ ਸਰ, ਪੜ੍ਹਾਈ ਦਾ ਕੋਈ ਟਾਈਮ ਨਹੀਂ ਹੈ। ਮੈਂ ਹਲੇ ਵੀ ਪੜ੍ਹ ਰਿਹਾ ਜੀ ਤਾਂ ਜਿਹੜੇ ਸਾਡੇ ਸਰ ਨੇ ਜੋ ਸਾਨੂੰ ਮੈਨੂੰ ਅੱਜ ਪੜ੍ਹਾ ਰਹੇ ਹਨ, ਆਈ ਐਮ ਸਟੱਡੀਇੰਗ ਸਮਥਿੰਗ। ਅੱਜ ਦੀ ਡੇਟ 'ਚ ਵੀ ਅਸੀਂ ਕੀ ਕਰਦੇ ਹਾਂ, ਅਸੀਂ ਉਹਨਾਂ ਕੋਲ ਸਵੇਰੇ ਸਵੇਰੇ ਚਲੇ ਜਾਂਦੇ ਜੀ ਤੇ ਪੂਰਾ ਦਿਨ ਈਵਨਿੰਗ ਤੱਕ ਉਹ ਮਤਲਬ ਤਸੱਲੀ ਨਾਲ ਪੜ੍ਹਾਉਂਦੇ ਜੀ ਜੀ ਐਂਡ ਹੀ ਇਜ਼ ਅ ਵੰਡਰਫੁਲ ਟੀਚਰ। ਤੇ ਮੈਂ ਉਹਨਾਂ ਨੂੰ ਉਹ ਫਿਜ਼ਿਕਸ ਦੇ ਪ੍ਰੋਫੈਸਰ ਹੈ ਜੀ। ਅਦਰਵਾਈਜ਼ ਤੇ ਮੈਂ ਉਹਨਾਂ ਨੂੰ ਕਹਿੰਦਾ ਕਿ ਸਰ ਜੋ ਤੁਸੀਂ ਮੈਨੂੰ ਪੜ੍ਹਾ ਰਹੇ ਹੋ ਉਹ ਤਾਂ ਅਲੱਗ ਚੀਜ਼ ਹੈ, ਬਟ ਮੈਂ ਤੁਹਾਡੇ ਤੋਂ ਇਹ ਸਿੱਖ ਰਿਹਾ ਕਿ ਪੜ੍ਹਾਉਣਾ ਕਿਵੇਂ ਹੈ। ਜੀ ਤੇ ਮੈਨੂੰ ਅੱਜ ਵੀ ਐਵੇਂ ਲੱਗਦਾ 24 ਸਾਲਾਂ ਬਾਅਦ ਸਾਨੂੰ ਪੜ੍ਹਾਉਣਾ ਓਨਾ ਨਹੀਂ ਆਉਂਦਾ ਜਿੰਨਾ ਆਉਣਾ ਚਾਹੀਦਾ ਹੈ। ਸਰ ਆਈ ਥਿੰਕ ਇੱਕ ਸਟੂਡੈਂਟ ਦੀ ਲਾਈਫ ਦੇ ਵਿੱਚ ਇੱਕ ਟੀਚਰ ਦਾ ਬਹੁਤ ਵੱਡਾ ਰੋਲ ਹੈ, ਬਹੁਤ ਵੱਡਾ ਰੋਲ ਹੈ ਕਿਉਂਕਿ ਟੀਚਰ ਹੀ ਉਹਦਾ ਆਈ ਥਿੰਕ ਮਾਪਿਓ ਤੋਂ ਬਾਅਦ ਉਹਦਾ ਗਾਈਡ ਬਣਦਾ ਹੈ। ਬਿਲਕੁਲ ਜੀ। ਔਰ ਸਟੂਡੈਂਟ ਵੀ ਟੀਚਰ ਦੀ ਗੱਲ ਸੁਣਦਾ ਹੈ। ਫੋਰ ਐਗਜ਼ਾਮਪਲ ਫॉर ਅਸ ਆਲਸੋ ਮੇਰੇ ਜੋ ਕੋਚ ਸੀਗੇ ਉਹ ਮੇਰੇ ਗਾਈਡ ਸੀਗੇ, ਉਸ ਤੋਂ ਬਾਅਦ ਜੋ ਮੇਰੇ ਮੈਂਟਰ ਹੈ ਐਂਟਰਪ੍ਰੀਨਿਓਰਸ਼ਿਪ ਦੇ ਉਹ ਮੇਰੇ ਗਾਈਡ ਸੀਗੇ। ਸੋ ਉਹ ਗਾਈਡ ਦਾ ਬਹੁਤ ਵੱਡਾ ਰੋਲ ਹੈ ਸਰ, ਬਹੁਤ ਜ਼ਿਆਦਾ ਵੱਡਾ ਰੋਲ ਹੈ ਗਾਈਡ ਦਾ। ਇਨਫੈਕਟ ਪੇਰੈਂਟਸ ਦੀ ਗੱਲ ਪਿੱਛੇ ਘੱਟ ਸੁਣਦੇ ਨੇ ਤੇ ਆਪਣੀ ਟੀਚਰ ਦੀ ਗੱਲ ਜੀ ਬਹੁਤ ਜ਼ਿਆਦਾ ਸੁਣਦੇ ਨੇ। ਬਹੁਤ ਛੋਟੇ ਛੋਟੇ ਬੱਚੇ ਨੂੰ, ਕਿਸੇ ਬਹੁਤ ਛੋਟਾ ਬੱਚਾ ਹੋਏ ਫਰਸਟ ਕਲਾਸ ਦਾ ਜਾਂ ਨਰਸਰੀ ਕਲਾਸ ਦਾ, ਕੇਜੀ ਕਲਾਸ ਦਾ, ਜਿਹਨੂੰ ਬੋਲਣਾ ਆਉਂਦਾ ਹੈ, ਉਹਨੂੰ ਤੁਸੀਂ ਕਹੋ ਇਹ ਐਵੇਂ ਨਹੀਂ ਲਿਖਣਾ, ਉਹ ਕਹੇਗਾ ਨਹੀਂ ਯੂ ਆਰ ਰੋਂਗ, ਮੇਰੀ ਟੀਚਰ ਨੇ ਮੈਨੂੰ ਕਿਹਾ ਹੈ ਐਦਾਂ ਲਿਖਣਾ ਤੇ ਮੈਂ ਤਾਂ ਐਦਾਂ ਹੀ ਲਿਖਣਾ ਹੈ। ਸੋ ਯੂ نو ਤੁਸੀਂ ਦੇਖੋ ਉਹਨੇ ਛੋਟੇ ਬੱਚੇ ਤੋਂ ਲੈ ਕੇ ਈਵਨ ਕਾਲਜਿਸ ਤੱਕ, ਯੂਨੀਵਰਸਿਟੀਜ਼ ਤੱਕ ਬੱਚੇ ਆਪਣੀ ਟੀਚਰ ਨੂੰ, ਅੱਛੇ ਟੀਚਰ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ। ਆਈ ਟੈਲ ਯੂ ਵਨ ਥਿੰਗ, ਕਿ ਮੇਰਾ ਬੜਾ ਫੇਵਰਟ ਜਿਹਾ ਐਗਜ਼ਾਮਪਲ ਹੈ ਮੈਂ ਤੁਹਾਨੂੰ ਦਵਾਂਗਾ। ਜੋ ਸਭ ਤੋਂ ਸ਼ਰਾਰਤੀ ਬੱਚੇ ਹੁੰਦੇ ਆ ਨਾ, ਜੋ ਕਿਸੇ ਦੀ ਨਹੀਂ ਸੁਣਦੇ, ਜੋ ਲੜਨ ਨੂੰ ਵੀ ਤਿਆਰ ਹੁੰਦੇ ਕਲਾਸ ਦੇ ਵਿੱਚ, ਜਿਹੜਾ ਸਿੰਸੀਅਰ ਟੀਚਰ ਹੁੰਦਾ ਨਾ ਉਹਨਾਂ ਦੇ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ, ਉਸ ਦੇ ਅੱਗੇ ਉਹ ਵੀ ਸਿਰ ਝੁਕਾਉਂਦੇ ਆ। ਜੀ ਬਿਲਕੁਲ। ਉਸ ਦੇ ਅੱਗੇ ਉਹ ਵੀ ਕਹਿੰਦੇ ਆ ਕਿ ਨਹੀਂ ਯਾਰ ਇਹ ਟੀਚਰ ਚੰਗਾ ਹੈ, ਇਹ ਸਾਡੇ ਭਲੇ ਦੀ ਗੱਲ ਕਰਦਾ ਹੈ। ਦੇ ਡੋਂਟ ਮਿਸਬਿਹੇਵ। ਜੀ ਅੱਛੇ ਟੀਚਰ ਦੇ ਅੱਗੇ ਬੱਚੇ ਚਾਹੇ ਉਹ ਸ਼ਰਾਰਤੀ ਹੋਣ, ਸਰ ਹਾਂਜੀ ਸ਼ਰਾਰਤੀ ਹੋ ਸਕਦੇ ਆ ਬੱਚੇ, ਅਸੀਂ ਵੀ ਸਟੂਡੈਂਟ ਸੀਗੇ, ਸ਼ਰਾਰਤੀ ਸੀਗੇ ਸਾਰੇ, ਦੈਟਸ ਨੋਟ, ਲੇਕਿਨ ਅੱਛਾ ਟੀਚਰ ਜੋ ਹੈ ਉਹ ਲਾਈਫ ਨੂੰ ਬਿਲਕੁਲ ਚੇਂਜ ਕਰ ਦਿੰਦਾ ਹੈ। ਤੇ ਆਈ ਐਮ ਰੀਲੀ ਥੈਂਕਫੁਲ ਟੂ ਮਾਈ ਟੀਚਰਸ, ਤੇ ਜਿਨ੍ਹਾਂ ਕੋਲ ਮੈਂ ਅੱਜ ਪੜ੍ਹ ਰਿਹਾ ਹਾਂ, ਮਿਸਟਰ ਵਰਮਾ ਕੋਲ ਤੇ ਮੇਰੇ ਮਨੋਜ ਕੁਮਾਰ ਸਰ, ਜਾਂ ਮੇਰੇ ਬਾਕੀ ਟੀਚਰਸ, ਮੇਰੇ ਸਕੂਲ ਦੇ ਟੀਚਰਸ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਹੈ, ਐਂਡ ਆਈ ਐਮ ਰੀਲੀ ਥੈਂਕਫੁਲ ਟੂ them। Education is something which is required for everyone. I don't say it's certified education. Education ਸਭ ਨੂੰ ਜ਼ਰੂਰਤ ਹੁੰਦੀ ਹੈ। ਸੋ ਐਜੂਕੇਸ਼ਨ ਦੇ ਬਾਰੇ ਇੰਡੀਆ ਦੇ ਵਿੱਚ ਜਿਸ ਹਿਸਾਬ ਨਾਲ ਅਜੇ ਸਿਸਟਮ ਚੱਲ ਰਿਹਾ ਹੈ, what do you have a take on that, sir? ਅਗਰ ਅਸੀਂ ਧਿਆਨ ਨਾਲ ਸਮਝੀਏ ਜੀ, ਸਾਡੇ ਐਜੂਕੇਸ਼ਨ ਸਿਸਟਮ ਅਪ ਟਿਲ +2 ਬਹੁਤ ਅੱਛਾ ਹੈ। ਆਈ ਐਮ ਨਾਟ ਸੇਇੰਗ ਕਿ +2 ਤੋਂ ਬਾਅਦ ਅੱਛੇ ਕਾਲਜਿਸ, ਅੱਛੀ ਯੂਨੀਵਰਸਿਟੀਜ਼ ਨਹੀਂ ਹੈ, ਬਹੁਤ ਅੱਛੀ ਯੂਨੀਵਰਸਿਟੀਜ਼ ਹੈ ਜੀ, ਬਹੁਤ ਅੱਛੇ ਕਾਲਜਿਸ, ਬਿਲਕੁਲ ਸਰ, ਹਾਂਜੀ। ਬਟ ਸਾਡੇ ਇੱਥੇ ਨਾ ਐਜੂਕੇਸ਼ਨ ਕਿਤੇ ਨਾ ਕਿਤੇ ਵੇਚਣ ਦਾ ਜਿਹੜਾ ਰਿਵਾਜ ਹੈ ਉਹ ਜ਼ਿਆਦਾ ਹੋ ਗਿਆ। ਜੀ ਹਾਂਜੀ। ਪੀਪਲ ਵਾਂਟ ਟੂ ਮਿੰਟ ਮਨੀ ਆਊਟ ਆਫ ਇਟ। ਜੀ fine, so they want to start some college or school so that they can money out of, ਠੀਕ ਹੈ, ਪੈਸੇ ਕਮਾਉਣ ਲਈ ਕੋਈ ਕੰਮ ਕਰਦੇ ਹੋ ਨਾ, then it is not like ਤੁਹਾਡਾ ਫੋਕਸ ਬਦਲ ਗਿਆ। ਜੀ ਬਿਲਕੁਲ। ਐਜੂਕੇਸ਼ਨ ਟੀਚਰਸ ਜਿਹੜੇ ਸੀਗੇ ਜੋ ਪੜ੍ਹਾਉਣਾ ਚਾਹੁੰਦੇ ਸੀ ਜਾਂ ਜੋ ਪੜ੍ਹਾਉਂਦੇ ਹੈ, ਫਾਈਨ, ਤੁਸੀਂ ਇੱਕ ਬਹੁਤ ਅੱਛਾ ਵਰਡ ਯੂਜ਼ ਕੀਤਾ, ਸਰਟੀਫਾਈਡ। ਜੀ, ਸਰਟੀਫਾਈਡ ਐਜੂਕੇਸ਼ਨ। ਜੀ, ਮਿਲੇ ਤੁਸੀਂ ਦੇਖੋਗੇ ਕਿ ਜਿਹੜੇ ਬਹੁਤ ਅੱਛੇ ਲੋਕ ਹੁੰਦੇ ਨੇ ਉਹਨਾਂ ਨੂੰ ਯੂਨੀਵਰਸਿਟੀਜ਼ PhDs ਦੇ ਦਿੰਦੀਆਂ ਬਿਨਾਂ ਪੜ੍ਹੇ ਹੋਏ। ਮਤਲਬ ਜੋ ਵੀ ਇੱਕ ਅੱਛਾ ਪਰਸਨ ਹੈ, ਬਿਕਾਜ਼ ਦੇ ਆਰ ਐਜੂਕੇਟਿਡ, they are educated ਜੀ, they are educated in their own field। ਜੀ ਬਿਲਕੁਲ ਸਰ, ਹਾਂਜੀ ਫਾਈਨ। ਲੇਕਿਨ ਅੱਜ ਦੀ ਡੇਟ 'ਚ ਜਿਹੜਾ ਸਰਟੀਫਿਕੇਟ ਦਾ ਠੱਪਾ ਲੈ ਕੇ ਅਸੀਂ ਮਤਲਬ ਐਜੂਕੇਸ਼ਨ ਦੇ ਰਹੇ ਹਾਂ, that is just to earn that certificate। ਜੀ ਬਿਲਕੁਲ ਸਹੀ ਕਹਿ ਰਹੇ ਹੋ। I am not against anyone, but ਅਗਰ ਅਸੀਂ ਧਿਆਨ ਨਾਲ ਦੇਖਦੇ ਹਾਂ ਤੇ +1 +2 ਚ ਬੱਚੇ ਸਕੂਲ ਨਹੀਂ ਲਗਾਉਂਦੇ ਜੀ, ਉਹ ਟਿਊਸ਼ਨ ਪੜ੍ਹਦੇ ਹੈ ਜਾਂ ਬਾਹਰ ਜਾਂਦੇ ਹੈ। ਯਾਰ ਸਾਡੇ ਟਾਈਮ ਤੇ +2 ਸਕੂਲ ਲਗਾਉਣਾ ਇਟ ਵਾਸ ਵੈਰੀ ਇੰਪੋਰਟੈਂਟ। ਬਿਲਕੁਲ ਸਰ, ਔਰ ਉਹ ਆਈ ਥਿੰਕ ਉਹ ਐਡੋਲੈਸੈਂਸ ਪੀਰੀਅਡ ਹੁੰਦਾ ਐਂਡ ਇਟ ਇਜ਼ ਵੈਰੀ ਇੰਪੋਰਟੈਂਟ ਐਟ ਦੈਟ ਪਾਰਟਿਕੂਲਰ ਪੁਆਇੰਟ ਆਫ ਟਾਈਮ ਟੂ ਗੋ ਟੂ ਸਕੂਲ। ਯੈਸ, majority of people they are studying just because they have to crack the exam and they have to take admission। Absolutely, I don't feel that ਮੈਨੂੰ ਲੱਗਦਾ, ਮੈਨੂੰ ਪਰਸਨਲੀ ਲੱਗਦਾ ਕਿ ਕਿਆ ਤੁਸੀਂ ਸਿਰਫ ਐਗਜ਼ਾਮ ਕ੍ਰੈਕ ਕਰਕੇ ਅੱਛੇ ਇੰਜੀਨੀਅਰ ਬਣ ਸਕਦੇ ਹੋ? ਆਈ ਐਮ ਨਾਟ ਸ਼ੋਰ। ਬਣ ਵੀ ਸਕਦੇ ਹੋ, ਨਹੀਂ ਵੀ ਬਣ ਸਕਦੇ, ਆਈ ਐਮ ਨਾਟ ਸ਼ੋਰ। ਆਈ ਐਮ ਨਾਟ ਕਮਿਟਿੰਗ ਔਨ ਐਨੀਥਿੰਗ ਔਨ ਦਿਸ ਪਾਰਟਿਕੂਲਰ ਥਿੰਗ, ਬਟ ਮੈਨੂੰ ਲੱਗਦਾ ਕਿ ਐਜੂਕੇਸ਼ਨ ਦਾ ਜਿਹੜਾ ਮੇਨ ਬੇਸ ਹੋਣਾ ਚਾਹੀਦਾ ਹੈ ਉਹ ਹੋਣਾ ਚਾਹੀਦਾ ਹੈ ਆਈ ਥਿੰਕ ਨੌਲੇਜ। ਨੌਲੇਜ। ਜੀ ਹਾਂਜੀ।
ਅਸੀਂ ਹਰ ਰੋਜ਼ ਸਿਕਿਉਰਿਟੀ ਪਾਲ ਰਹੇ ਹਾਂ ਜੀ ਬੱਚਾ ਪੈਦਾ ਹੁੰਦਾ ਹੈ ਹਾਂਜੀ ਇਹ ਸੋਚਦੇ ਆ ਇਹਨੂੰ ਸਕੂਲ ਕਿਹੜੇ ਚ ਪਾਣਾ ਜੀ। ਹੈ ਬੈਸਟ ਸਕੂਲ ਚ ਪੈਣਾ ਚਾਹੀਦਾ ਹੈ ਉੱਥੇ ਦੀ ਬੈਸਟ ਪੜ੍ਹਾਈ ਹੋਵੇ ਨਾ ਹੋਵੇ ਜੀ ਠੀਕ ਹੈ ਨਾ ਉਹਦਾ ਇਨਫਰਾਸਟ੍ਰਕਚਰ ਬੈਸਟ ਹੋਣਾ ਚਾਹੀਦਾ ਹੈ ਹਾਂਜੀ ਨਾਮ ਉਹਦਾ ਵੱਡਾ ਨਾਮ ਹੋਣਾ ਬਹੁਤ ਚਾਹੀਦਾ। ਵੱਡਾ ਹਾਂਜੀ, ਹੋਣਾ ਚਾਹੀਦਾ ਬਿਲਕੁਲ, ਹੈ। ਹਾਂਜੀ। ਤੁਸੀਂ ਪਾ ਦਿੱਤਾ ਜੀ ਬੱਚੇ ਨੂੰ ਸਕੂਲ ਚ ਬੱਚਾ ਪੜਨ ਲੱਗ ਗਿਆ ਤੁਸੀਂ ਉਹਦੀ ਟਿਊਸ਼ਨ ਲਗਾ ਦਿੱਤੀ ਜੀ ਕਿਉਂਕਿ ਖੁਦ ਪੜਾ ਨਹੀਂ ਸਕਦੇ ਤੁਸੀਂ ਵਾਟ ਐਵਰ ਇਟ ਇਜ਼ ਜੀ। ਇਟ ਇਜ਼ ਨਾਟ ਲਾਈਕ ਪੇਰੈਂਟਸ ਪੜਾ ਨਹੀਂ ਸਕਦੇ ਬਟ ਲੈਟ ਇਟ ਬੀ ਪੇਰੈਂਟਸ ਕੋਲ ਜੀ, ਟਾਈਮ ਜੀ, ਨਹੀਂ ਹੈ ਬਿਲਕੁਲ, ਹਾਂਜੀ, ਵੀ ਹਾਂਜੀ। ਸ਼ੁੱਡ ਬੀ ਕੁਆਇਟ ਟ੍ਰਾਂਸਪੇਰੈਂਟ ਇਨ ਟ੍ਰਾਂਸਪੇਰੈਂਟ ਦੈਟ ਅਬਾਊਟ ਦੈਟ ਠੀਕ ਹੈ ਬੱਚਾ ਪੜਨ ਚਲਾ ਗਿਆ ਜੀ ਤੁਹਾਨੂੰ ਪਤਾ ਨਹੀਂ ਚੱਲਦਾ ਕਦ ਬੱਚਾ ਪਲੱਸ 2 ਕਰ ਲੈਂਦਾ ਹੈ ਜਦੋਂ ਪਲੱਸ 2 ਆਉਣ ਲੱਗਦੀ ਹੈ ਫਿਰ ਇਹ ਡਿਸਾਈਡ ਹੁੰਦਾ ਕਿ ਹੁਣ ਤੁਸੀਂ ਕੈਰੀਅਰ ਕੀ ਚੂਜ਼ ਕਰਨਾ ਹੈ ਹੁਣ ਤੁਸੀਂ ਤਿਆਰੀ ਕਰੋ ਜੀ ਐਂਟਰੈਂਸ ਐਗਜ਼ਾਮ ਕਲੀਅਰ ਕਰਕੇ ਐਡਮਿਸ਼ਨ ਲੈਣ ਦੀ ਐਡਮਿਸ਼ਨ ਲੈਣ ਤੋਂ ਬਾਅਦ ਤੁਸੀਂ ਮਾਸਟਰਸ ਕਿਸ ਚ ਕਰਨੀ ਹੈ ਤੇ ਉਸ ਤੋਂ ਬਾਅਦ ਤੁਸੀਂ ਜੌਬ ਕਿਵੇਂ ਲੱਭਣੀ ਹੈ ਸੋ ਸਾਡਾ ਸਾਰਾ ਦਾ ਸਾਰਾ ਜੋ ਫੋਕਸ ਹੈ that is on job ਜੀ nobody is talking about learning ਬਿਲਕੁਲ ਸਰ I truly appreciate that movie 3 Idiots ਜੀ ਬਿਲਕੁਲ ਬਿਕਾਜ਼ ਉਹਦੇ ਵਿੱਚ ਉਹ ਚੀਜ਼ ਦਿਖਾਈ ਗਈ ਹੈ ਬਹੁਤ ਸਾਰਾ ਕੁਝ ਸਮਝਾਉਣਾ ਪ੍ਰੈਕਟੀਕਲ ਨੌਲੇਜ ਬਹੁਤ ਸਾਰਾ ਕੁਝ ਕਿੰਨੀ ਇੰਪੋਰਟੈਂਟ ਹੈ ਮੈਂ ਆਮੀਰ ਖਾਨ ਸਾਹਿਬ ਦੀ ਇਹ ਵਾਲੀ ਮੂਵੀ ਤੇ ਦੂਜੀ ਤਾਰੇ ਜ਼ਮੀਨ ਪਰ ਜੀ ਅਸੀਂ ਦੇਖਦੇ ਹਾਂ ਲੇਕਿਨ ਸਮਝ ਨਹੀਂ ਰਹੇ ਜੀ ਆਈ ਫੀਲ ਵੈਰੀ ਸੈਡ ਫॉर ਪੇਰੈਂਟਸ ਬਿਕਾਜ਼ ਉਹ ਹੈਲਪਲੈਸ ਨੇ ਜੀ ਅਗਰ ਉਹ ਜ਼ਮਾਨੇ ਦੇ ਨਾਲ ਨਹੀਂ ਚੱਲਦੇ ਤਾਂ ਉਹਨਾਂ ਦਾ ਬੱਚਾ ਕਿਤੇ ਪਿੱਛੇ ਬਿਲਕੁਲ ਰਹਿ ਜਾਏਗਾ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਹੈ I have a question from one city from one center to 40 cities ਇਹ ਜਰਨੀ ਬਾਰੇ ਥੋੜਾ ਜਿਹਾ ਦੱਸੋ ਸਰ 40 ਸਿਟੀਜ਼ ਤੱਕ ਪਹੁੰਚਣਾ ਸੈਂਟਰਸ ਖੋਲਨੇ ਐਂਡ ਉਹ ਜਰਨੀ ਤੁਹਾਨੂੰ ਕਿਵੇਂ ਇਨਸਪੀਰੇਸ਼ਨ ਮਿਲੀ ਕਿ ਤੁਸੀਂ ਇੰਨੇ ਸਾਰੇ ਸੈਂਟਰ ਖੋਲੇ ਆ ਸਰ ਸਾਡੇ 2019 ਤੱਕ ਜੀ we were having 24 centers ਜੀ fine and it was very good ਜੀ but then we realized ਕਿ ਛੋਟੀ ਜਗ੍ਹਾ ਤੋਂ ਬੱਚਾ ਆ ਰਿਹਾ ਜੋ ਪਿੰਡ ਤੋਂ ਬੱਚਾ ਆ ਰਿਹਾ ਸਾਡੇ ਨਾਲ ਕੀ ਪ੍ਰੋਬਲਮ ਹੈ ਜੀ ਅਸੀਂ ਨਾ ਬੱਚੇ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਪੜ੍ਹਾਉਂਦੇ ਹਾਂ ਜੀ ਤੇ ਸਾਡੇ ਕੋਲ ਕਾਫੀ ਬੱਚਿਆਂ ਦੀ ਪ੍ਰੋਬਲਮ ਇਹ ਰਹਿੰਦੀ ਸੀ ਕਿ 5 ਵਜੇ ਤੋਂ ਬਾਅਦ ਬੱਸਸ ਨਹੀਂ ਮਿਲਦੀਆਂ ਅਸੀਂ ਆਪਣੇ ਪਿੰਡ ਜਾਣਾ ਹੈ ਜੀ ਸਾਨੂੰ 4:30 ਵਜੇ ਛੱਡ ਦਿਓ ਤੇ ਸਾਨੂੰ ਇਹ ਸਮਝ ਆਉਂਦਾ ਸੀ ਕਿ ਯਾਰ ਕਿ ਭਾਵੇਂ 4:30 ਵਜੇ ਛੱਡ ਦਈਏ ਜੀ ਬਟ ਉਹਦਾ ਨੁਕਸਾਨ ਤਾਂ ਹੋ ਰਿਹਾ ਨਾ ਜੀ ਬਿਲਕੁਲ ਸਹੀ ਕਹਿ ਰਹੇ ਹੋ ਦੂਸਰਾ ਪ੍ਰੋਬਲਮ ਕੀ ਸੀ ਕਿ ਬੱਚੇ ਜਦੋਂ 1-1 1.5 ਘੰਟਾ 2-2 ਘੰਟੇ ਦੀ ਜਰਨੀ ਕਰਕੇ ਆ ਰਹੇ ਸੀ ਜੀ ਤੇ ਉਹਨਾਂ ਦਾ ਬੱਸ ਦੇ ਵਿੱਚ ਕਾਫੀ ਬਹੁਤ ਟਾਈਮ waste ਖਰਾਬ ਹੋ ਰਿਹਾ ਹੁੰਦਾ ਸੀ, ਸੀ ਹਾਂਜੀ, ਹਾਂਜੀ। ਤੇ ਅਸੀਂ ਉਹਨੂੰ ਕਹਿੰਦੇ ਸੀ ਕਿ ਤੁਸੀਂ ਹੋਮਵਰਕ ਕਿਉਂ ਨਹੀਂ ਕੀਤਾ ਕਹਿੰਦਾ ਸਰ ਸਵੇਰੇ 6 ਵਜੇ ਦਾ ਚੱਲਾ ਹੋਇਆ ਹੈ ਰਾਤੀ 8 ਵਜੇ ਪਹੁੰਚਾਂਗਾ ਜੀ। ਤੇ ਉਸ ਤੋਂ ਬਾਅਦ ਰੋਟੀ ਖਾ ਕੇ ਥੋੜਾ ਜਿਹਾ ਆਪਣੇ ਆਪ ਨੂੰ ਰਿਲੈਕਸ ਵੀ ਕਰਨਾ ਹੈ ਤੇ ਮੈਂ ਕਿੱਥੋਂ ਹੋਮਵਰਕ ਕਰਾਂ ਜੀ। ਸੋ ਵੀ ਰਿਅਲਾਈਜ਼ਡ ਕਿ ਸਟੂਡੈਂਟਸ ਜਿਹੜੇ ਹੈ ਉਹਨਾਂ ਦੀ ਇੱਕ ਬਹੁਤ ਜੈਨੂਇਨ ਪ੍ਰੋਬਲਮ ਹੈ ਜੀ ਐਂਡ considering that we started expanding ਜੀ। ਕਿ ਅਸੀਂ ਸਟੂਡੈਂਟਸ ਨੂੰ ਕਿਸ ਤਰ੍ਹਾਂ ਬੈਸਟ ਆਫ ਦਾ ਬੈਸਟ ਆਪਸ਼ਨਸ ਪ੍ਰੋਵਾਈਡ ਕਰ ਸਕੀਏ So are these centers owned by you or Yes. are these franchises? No, these are all owned by us only. ਜੀ। All the classrooms are being controlled by Chandigarh. ਅੱਛਾ ਸਰ ਫਾਈਨ ਤੇ ਚੰਡੀਗੜ੍ਹ ਦੇ ਅੰਦਰ ਸਾਡਾ ਆਪਣਾ ਆਈਟੀ ਦਾ ਬਹੁਤ ਵੱਡਾ ਸੈਟਅਪ ਹੈ Okay, sir. ਸਾਡੇ ਸਾਰੇ ਸੌਫਟਵੇਅਰਸ ਇਨ ਹਾਊਸ ਅਸੀਂ ਡਿਵੈਲਪ ਕਰਦੇ ਹਾਂ ਜੀ ਐਂਡ ਦੇ ਆਰ ਵੈਰੀ ਗੁੱਡ ਜੀ there are two things one is when you go physically and you study one is you study online so are both the things okay or you feel that physical presence is required and it gives a better learning to a student ਫਿਜ਼ੀਕਲ ਪ੍ਰੈਜ਼ੈਂਸ ਜੋ ਹੈ that is very much required ਜੀ ਜੀ no doubt no second thought absolutely ਹਾਂਜੀ now ਜਿਹੜਾ ਆਨਲਾਈਨ ਸਟੱਡੀਜ਼ ਹੈ ਨਾ ਉਹ ਸੈਲਫ ਸਟੱਡੀ ਵਾਲੇ ਬੱਚੇ ਹੈ ਨਾ ਜਿਹੜੇ ਆਪਣੇ ਆਪ ਪੜ੍ਹ ਸਕਦੇ ਨੇ ਉਹ ਆਨਲਾਈਨ ਕਰ ਸਕਦੇ ਹੈ ਜੀ because they can sit for 3 hours 4 hours 5 hours 6 hours and they can study they can collect the material ਜੀ। they can do everything ਹਾਂਜੀ ਉਹਨਾਂ ਨੂੰ ਸਿਰ ਦੇ ਉੱਤੇ ਟੀਚਰ ਦੀ ਜ਼ਰੂਰਤ ਨਹੀਂ ਹੈ they can submit their assignments teacher can check their assignment and resubmit the assignment ਜੀ। ਲੇਕਿਨ ਜੋ ਨਾਰਮਲ ਸਟੂਡੈਂਟਸ ਹੈ ਉਹਨਾਂ ਵਾਸਤੇ ਆਫਲਾਈਨ ਕਲਾसेस ਆਰ very ਇੰਪੋਰਟੈਂਟ very ਐਂਡ very ਆਈ important ਥਿੰਕ ਸਰ ਕਈ ਸਟੂਡੈਂਟਸ ਐਸੇ ਵੀ ਹੁੰਦੇ ਹੋਣੇ ਜੋ ਝਿਜਕਦੇ ਹੈ ਜੋ ਬੇਸਿਕਲੀ ਆਪਣੀ ਗੱਲ ਵੀ ਨਹੀਂ ਕਰ ਸਕਦੇ ਉਹਨਾਂ ਨਾਲ ਜਦ ਤੁਸੀਂ 1-to-1 ਇੰਟਰੈਕਸ਼ਨ ਕਰਦੇ ਹੋ ਤਾਂ ਉਹ ਥੋੜਾ ਹੋਰ ਖੁੱਲਦੇ ਹੈ ਹੋਰ ਮੋਟੀਵੇਟ ਹੁੰਦੇ ਹੈ Absolutely. they start developing their skill I'll tell you one thing ਇਹ ਨਾ ਪਹਿਲੇ ਦਿਨ ਦੂਸਰੇ ਦਿਨ ਤੀਸਰੇ ਦਿਨ ਸਟੂਡੈਂਟਸ ਨੂੰ ਕਿਤੇ ਨਾ ਕਿਤੇ ਇਹ ਮਹਿਸੂਸ ਹੁੰਦਾ ਸਟੂਡੈਂਟਸ ਨੂੰ ਕਿ ਸਾਡੇ ਨਾਲ ਅਸੀਂ ਕਲਾਸ ਦੇ ਸਾਹਮਣੇ ਬੋਲਣਾ ਜੀ ਲੇਕਿਨ ਜਿਹੜਾ 1-to-1 ਇੰਟਰੈਕਸ਼ਨ ਦੀ ਤੋਂ ਬਜਾਏ 1-to-many ਇੰਟਰੈਕਸ਼ਨ ਹੈ ਨਾ ਜੀ ਉਹ ਸਟੂਡੈਂਟਸ ਨੂੰ ਜ਼ਿਆਦਾ ਪ੍ਰਿਪੇਅਰ ਕਰਦਾ ਹੈ ਜ਼ਿਆਦਾ ਓਪਨ ਅਪ ਹੋਣ ਲਈ ਹੈਜ਼ਿਟੇਸ਼ਨ ਖਤਮ ਕਰਨ ਲਈ ਜਾਂ ਅਬਰੋਡ ਜਾ ਕੇ ਆਪਣੇ ਆਪ ਨੂੰ ਸੈਟਲ ਕਰਨ ਲਈ ਤੇ ਜਿਹੜੇ ਸਾਡੇ ਕਲਾਸਰੂਮ ਦੇ ਵਿੱਚ ਬੱਚੇ ਬੈਠੇ ਹੁੰਦੇ ਨੇ ਵੀ ਹੈਵ ਸੀਨ ਦੈਟ ਅਗਰ ਇੱਕ ਸਟੂਡੈਂਟ ਨੂੰ ਤੁਸੀਂ ਇਕੱਲਾ ਪੜਾਓਗੇ ਜਾਂ ਦੋ ਬੱਚਿਆਂ ਨੂੰ ਇਕੱਠੇ ਬਿਠਾ ਕੇ ਪੜਾਓਗੇ ਜਾਂ ਤਿੰਨ ਬੱਚਿਆਂ ਨੂੰ ਇਕੱਠੇ ਬਿਠਾ ਕੇ ਪੜਾਓਗੇ ਉਸ ਦੀ ਬਜਾਏ ਅਗਰ ਬੱਚਾ 15 ਸਟੂਡੈਂਟਸ ਹੋ ਜਾਂ 20 ਸਟੂਡੈਂਟਸ ਦੇ ਵਿੱਚ ਪੜ ਰਿਹਾ ਹੈ ਉਸ ਸਟੂਡੈਂਟ ਦੀ ਜਿਹੜੀ ਆਊਟਪੁੱਟ ਹੈ ਦੈਟਸ ਗੋਇੰ ਟੂ ਬੀ altogether different why because 20 ਸਟੂਡੈਂਟ 20 ਤਰ੍ਹਾਂ ਦਾ ਕੁਐਸਚਨ ਪੁੱਛਦੇ ਆ ਦੋ ਸਟੂਡੈਂਟ ਦੋ ਤਰ੍ਹਾਂ ਦੇ ਕੁਐਸਚਨ ਜੀ 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 ਬਿਲਕੁਲ ਲੇਕਿਨ 20 ਸਟੂਡੈਂਟ ਜਿਹੜੇ 20 ਤਰ੍ਹਾਂ ਦੇ ਕੁਐਸਚਨ ਪੁੱਛਦੇ ਆ ਉਹਦਾ ਆਨਸਰ ਸਾਰੇ ਦੇ 20 ਦੇ 20 ਸਟੂਡੈਂਟਸ ਨੂੰ ਮਿਲਦਾ ਦੋ ਸਟੂਡੈਂਟ ਦੇ ਕੁਐਸਚਨਸ ਲਿਮਿਟਡ ਹੁੰਦੇ ਨੇ ਤੇ ਲਿਮਿਟਡ ਨੌਲੇਜ ਹੁੰਦੀ ਹੈ ਲਿਮਿਟਡ ਐਕਸਪੋਜ਼ਰ ਐਜੂਕੇਸ਼ਨ
ਕੌਨਫੀਡੈਂਸ ਕਿਵੇਂ ਲੈ ਕੇ ਆਂਦਾ ਬੱਚਿਆਂ 'ਚ? ਜਰਨਲ ਐਜੂਕੇਸ਼ਨ। ਇੱਕ ਸਟੂਡੈਂਟ ਅਗਰ ਕੈਨੇਡਾ ਦੇ 에ਅਰਪੋਰਟ ਤੇ ਹੈ ਤੇ ਉਹਦੀ ਜੇਬ 'ਚ ਟੋਟਲ ਮਿਲਾ ਕੇ 200 ਜਾਂ 500 ਲੈਟ ਇਟ ਵੀ $500 ਨੇ, ਉਹਨੂੰ ਪਤਾ ਕਿ ਘਰੋਂ ਮੈਂ ਪੈਸਾ ਮੰਗਾ ਨਹੀਂ ਸਕਦਾ, ਉਹ ਹਰ ਚੀਜ਼ 'ਚ ਡਰੇਗਾ ਜੀ, ਬਿਲਕੁਲ, ਬਿਕੋਜ਼ ਉਹਦੇ ਕੋਲ ਹੈ ਕੁਝ ਨਹੀਂ ਜੀ, ਹਾਂਜੀ, ਠੀਕ ਹੈ ਨਾ। ਜਸਟ ਇਮੇਜਿਨ ਕਿ ਜਿਹੜਾ ਦੂਜਾ ਸਟੂਡੈਂਟ ਹੈ ਉਹਦੀ ਜੇਬ 'ਚ $50,000 ਨੇ ਫੋਰ ਐਗਜ਼ਾਮਪਲ ਇਨ ਕਾਰਡ, ਵੈਸੇ ਹੀ ਕੌਨਫੀਡੈਂਸ, ਉਹਦੇ ਅੰਦਰ ਕੌਨਫੀਡੈਂਸ ਹੈ ਕਿ ਚੱਲੇ ਖਤਮ ਵੀ ਹੋ ਗਏ ਤਾਂ ਵੀ ਅਸੀਂ ਬਾਪੂ ਨੂੰ ਫੋਨ ਕਰਾਂਗੇ ਤੇ ਪਿੱਛੋਂ 50,000 ਹੋਰ ਭੇਜ ਦੇਣਗੇ, ਠੀਕ ਹੈ ਨਾ। ਨੋ ਵਰੀਜ਼, ਉਹ ਕਹਿੰਦਾ ਯਾਰ ਕੱਪ ਟੁੱਟ ਗਿਆ, ਇਹ ਹੋ ਗਿਆ, ਕੋਈ ਨੁਕਸਾਨ ਹੋ ਗਿਆ, ਦੈਟਸ ਨਾਟ ਅ ਪ੍ਰੋਬਲਮ, ਮੇਰੇ ਕੋਲ ਪੈਸੇ ਪਏ ਨੇ। ਇਹ ਜਿਹੜਾ ਪੈਸੇ ਦਾ ਕੀ ਕਹਿੰਦੇ ਆਪਣਾ ਉਹ ਹੈ ਨਾ ਕੌਨਫੀਡੈਂਸ ਹੈ, ਇਹ ਟੈਂਪਰੇਰੀ ਹੈ, ਪੈਸਾ ਖਰਚ ਹੋ ਸਕਦਾ ਹੈ, ਲੇਕਿਨ ਜਦੋਂ ਨੌਲੇਜ ਦਾ ਜਿਹੜਾ ਕੌਨਫੀਡੈਂਸ ਹੈ ਨਾ ਉਹ ਹਮੇਸ਼ਾ, ਕੀ ਬਾਤ ਹੈ ਸਰ, ਉਹ ਬਹੁਤ ਵਧੀਆ ਹੈ ਕਿਉਂਕਿ ਤੁਸੀਂ ਜਿੰਨੀ ਖਰਚ ਕਰੋਗੇ ਉਨੀ ਵੱਧਦੀ ਜਾਏਗੀ। ਜੀ ਬਿਲਕੁਲ, ਤੁਸੀਂ ਜਿੰਨੀ ਯੂਜ਼ ਕਰੋਗੇ ਉਨੀ ਵੱਧਦੀ ਜਾਏਗੀ। ਬਹੁਤ ਸਾਰੇ ਸਟੂਡੈਂਟਸ, ਬਹੁਤ ਸਾਰੇ ਬੱਚੇ ਜੋ ਕਿ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਦੇ हैं, आजकल ना सर पेशेंस वर्ड ख़त्म हो गया, सो दे आर impatient and they really want to get successful in their life very quickly, ਐਂਡ ਜਦ ਕੁਝ ਵੀ ਉਹਨਾਂ ਨੂੰ ਚੋਟ ਲੱਗਦੀ ਹੈ ਤੇ ਉਹ ਡਿਪਰੈਸ ਹੋ ਜਾਂਦੇ, ਡੀਮੋਟੀਵੇਟ ਹੋ ਜਾਂਦੇ ਔਰ ਉਹ ਘਰੇ ਬੈਠ ਜਾਂਦੇ ਬੜੀ ਛੇਤੀ। ਤੁਸੀਂ ਇੰਨੀ ਲੰਬੀ ਜਰਨੀ ਆਪਣੀ ਸਰ ਤੈਅ ਕੀਤੀ ਹੈ ਔਰ ਬਾਰ-ਬਾਰ ਕਦੇ ਉੱਪਰ ਗਏ ਹੋ, ਕਦੇ ਥੱਲੇ, ਅਪਸ ਐਂਡ ਡਾਊਨਸ ਤੁਸੀਂ ਲਾਈਫ 'ਚ ਦੇਖੇ ਹੈ। ਸੋ ਵਾਟ ਮੈਸੇਜ ਯੂ ਵਾਂਟ ਟੂ ਗਿਵ ਟੂ ਦੋਜ਼ ਸਟੂਡੈਂਟਸ ਜੋ ਕਿ ਜਲਦੀ ਡਿਪਰੈਸ ਹੋ ਜਾਂਦੇ ਆ ਸਰ? ਜਦੋਂ ਤੁਸੀਂ ਕਿਹਾ ਨਾ ਕਿ ਪੇਸ਼ੈਂਸ ਨਹੀਂ ਹੈ ਬ੍ਰਦਰ, ਜਦੋਂ ਬੱਚਾ ਪੈਦਾ ਹੁੰਦਾ ਨਾ ਉਹ ਬਿਲਕੁਲ ਵਾਈਟ ਸਲੇਟ ਦੀ ਵਰਗਾ ਹੁੰਦਾ ਹੈ, ਪਲੇਨ ਸਲੇਟ ਦੇ ਵਰਗਾ ਹੁੰਦਾ ਹੈ। ਅਸੀਂ ਉਹਦੀ ਪੇਸ਼ੈਂਸ ਖਤਮ ਕਰ ਦਿੰਦੇ ਹਾਂ, ਇਹ ਸਮਾਜ ਉਹਦੀ ਪੇਸ਼ੈਂਸ ਖਤਮ ਕਰ ਦਿੰਦਾ ਹੈ, ਉਹਦੇ ਪੇਰੈਂਟਸ ਅਨਫੋਰਚੂਨੇਟਲੀ ਅਨਨੋਇੰਗਲੀ ਉਹਦੀ ਪੇਸ਼ੈਂਸ ਖਤਮ ਕਰ ਦਿੰਦੇ ਜੀ। ਉਹ ਬੱਚਾ ਆਰਾਮ ਨਾਲ ਸੁੱਤਾ ਪਿਆ ਹੈ ਤੇ ਉਹਨੂੰ ਸਵੇਰੇ 4 ਵਜੇ ਉੱਠ ਕੇ ਕਹਿਣਗੇ ਜਲਦੀ ਉੱਠ ਤੇਰਾ ਟਾਈਮ ਹੋ ਗਿਆ ਯਾਰ, ਤੇਰਾ ਟਿਊਸ਼ਨ ਜਾਣ ਦਾ ਟਾਈਮ। ਉਹ ਵਿਚਾਰਾ ਵਾਪਸ ਆਉਂਦਾ, ਉਹ ਕਹਿੰਦਾ ਜਲਦੀ ਤਿਆਰ ਹੋ, ਤੇਰਾ ਹੁਣ ਸਕੂਲ ਜਾਣ ਦਾ ਟਾਈਮ ਹੋ ਗਿਆ। ਉਹ ਸਕੂਲੋਂ ਵਾਪਸ ਆਉਂਦਾ, ਉਹ ਕਹਿੰਦਾ ਜਲਦੀ ਜਾ, ਤੇਰਾ ਹੁਣ ਅਕੈਡਮੀ ਜਾਣ ਦਾ ਟਾਈਮ ਹੋ ਗਿਆ। ਉਹ ਤੋਂ ਵਾਪਸ ਆਉਂਦਾ, ਕਹਿੰਦਾ ਜਲਦੀ ਕਰ, ਤੇਰਾ ਕਿਆ ਨਾਮ ਹੋਮਵਰਕ ਕਰਨ ਦਾ ਟਾਈਮ ਹੋ ਗਿਆ। ਹਾਂਜੀ, ਜਦ ਉਸਨੂੰ ਤੁਸੀਂ ਦਿਨ ਦੇ ਵਿੱਚ ਪੂਰਾ ਦਿਨ ਇੱਕੋ ਹੀ ਚੀਜ਼ ਸਿਖਾਈ ਕਿ ਜਲਦੀ ਕਰ ਕਾਕਾ, ਹਾਂਜੀ ਬਿਲਕੁਲ, ਉਹਨੂੰ ਹੌਲਾ ਸਿੱਖ ਕਰ ਚੱਲਣਾ ਉਹਨੂੰ ਆਉਂਦਾ ਹੀ ਨਹੀਂ। ਬਿਲਕੁਲ ਸਹੀ ਕਹਿ ਰਹੇ ਹੋ ਸਰ, ਉਹਨੂੰ ਪੇਸ਼ੈਂਸ ਆਉਂਦੀ ਹੀ ਨਹੀਂ ਜੀ। ਮੈਂ ਯੂਥ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਪਲੀਜ਼ ਸਲੋ ਡਾਊਨ ਜੀ ਐਂਡ ਜਸਟ ਰਿਲੈਕਸ ਐਂਡ ਜਸਟ ਥਿੰਕ ਵਾਟ ਯੂ ਆਰ ਡੂਇੰਗ। ਬਿਲਕੁਲ। ਤੁਸੀਂ ਜਦ ਡੀਮੋਟੀਵੇਟ ਹੁੰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਮੋਟੀਵੇਟ ਕਿਵੇਂ ਕਰਦੇ ਹੋ? ਮੂਵੀਜ਼। ਓਕੇ। ਸੋ ਆਈ ਵਾਚ ਮੂਵੀਜ਼, ਮੂਵੀਜ਼ ਅ ਲੋਟ। ਮੈਂ ਇੱਕ ਮੂਵੀ ਨੂੰ 40 ਵਾਰ 50 ਵਾਰ ਜੀ ਦੇਖਦੇ ਹੋ। ਮੈਨੂੰ ਮੂਵੀਜ਼ ਦੇ ਡਾਇਲੌਗਸ ਮਤਲਬ ਵਰਡ ਟੂ ਵਰਡ ਯਾਦ ਨੇ ਜੀ ਤੇ ਉਹਨਾਂ ਦੇ ਉਸ ਵਿੱਚ ਬਹੁਤ ਸਾਰੇ ਡਾਇਲੌਗਸ ਆਪਣੇ ਦਿਮਾਗ 'ਚ ਰੱਖੇ ਹੋਏ ਨੇ ਤੇ ਬਾਈ ਚਾਂਸ ਮੈਂ ਡੀਮੋਟੀਵੇਟਡ ਹਾਂ ਤੇ ਮੈਂ ਉਹ ਡਾਇਲੌਗ ਨੂੰ 1 ਵਾਰ 2 ਵਾਰ 3 ਵਾਰ ਰਿਪੀਟ ਕਰਾਂਗਾ ਤੇ ਉਹ ਮੈਨੂੰ ਮੋਟੀਵੇਟ ਕਰਦਾ ਹੈ। ਦੈਨ ਆਈ'll switch on my TV and I am out. Okay. What is the future plan of Touchstone 5 years down the line? Where you see your brand, sir? Touchstone ਦੇ ਜਿਹੜੇ ਫਿਊਚਰ ਪਲਾਨਸ ਹੈ ਜੀ, ਉਸ 'ਚ ਮੈਂ ਸਿਰਫ ਇਹ ਸਮਝਾਂਗਾ ਕਿ 5 year down the line ਅਗਰ ਕਿਸੇ ਸਟੂਡੈਂਟ ਨੂੰ ਸਾਡੀ ਸਰਵਿਸਿਜ਼ ਦੀ ਜ਼ਰੂਰਤ, ਜੋ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰਦੇ ਹਾਂ ਜਾਂ ਕਰਾਂਗੇ, ਉਸ ਦੀ ਜ਼ਰੂਰਤ ਹੋਏਗੀ ਜੀ ਤੇ ਉਹ ਇੱਕ ਵਾਰ ਟੱਚਸਟੋਨ ਨੂੰ ਜ਼ਰੂਰ ਕੰਸੀਡਰ ਕਰੇਗਾ। ਦੈਟ ਇਜ਼ ਮਾਈ future plan. Great, sir. So we'll make sure that we whatever we are delivering, we should improve the quality of our delivery and people should trust us. That is my motive. Any one message which you want to give to the parents so that ਉਹ ਆਪਣੇ ਬੱਚਿਆਂ ਨੂੰ ਥੋੜਾ better comfort zone ਦੇ ਸਕਣ? ਇੱਕ ਜਾਗੋ ਭਾਰਤ ਜਾਗੋ ਦਾ ਮੈਸੇਜ ਤੁਸੀਂ ਸੁਣਿਆ ਹੋਵੇਗਾ। ਜੀ ਬਿਲਕੁਲ। ਮੈਂ ਇਹ ਕਹਾਂਗਾ ਜਾਗੋ ਪੇਰੈਂਟਸ ਜਾਗੋ ਜੀ। ਪਲੀਜ਼ ਆਪਣੇ ਬੱਚਿਆਂ ਨੂੰ ਇੱਕ ਵਾਰ ਆਪਣੇ ਬੱਚੇ ਨੂੰ ਧਿਆਨ ਨਾਲ ਬੈਠ ਕੇ ਦੇਖੋ ਕਿ ਤੁਹਾਡਾ ਬੱਚਾ ਜੋ ਇਸ ਦੁਨੀਆ ਵਿੱਚ ਆਇਆ ਹੈ, ਕਿਆ ਤੁਸੀਂ ਵਾਕਈ ਇਹ ਸਾਰੀ ਚੀਜ਼ਾਂ ਚਾਹੁੰਦੇ ਹੋ ਆਪਣੇ ਬੱਚਿਆਂ ਵਾਸਤੇ, ਇਹ ਫਿਊਚਰ ਚਾਹੁੰਦੇ ਹੋ ਆਪਣੇ ਬੱਚਿਆਂ ਵਾਸਤੇ? ਜਸਟ ਸਿਟ ਵਿਦ them and try to enjoy their whatever they are doing, try to enjoy they are average students also, enjoy it ਮਤਲਬ ਤੁਸੀਂ ਐਟਲੀਸਟ ਉਹਨਾਂ ਦੇ ਬਚਪਨ ਨੂੰ ਤਾਂ ਇੰਜੋਏ ਕਰੋ ਜੀ। ਬਿਲਕੁਲ, ਉਹਨਾਂ ਨੂੰ ਤਾਂ ਇੰਜੋਏ ਕਰਨ ਦਿਓ ਜੀ। ਮਤਲਬ ਉਹਨਾਂ ਨੂੰ ਅਸੀਂ ਇੱਕ ਐਦਾਂ ਦੀ ਪੱਠੀ 'ਚ ਪਾਇਆ ਹੋਇਆ ਹੈ ਕਿ ਬੌਸ ਅਗਰ ਇਹਦੀ ਆਊਟਪੁੱਟ ਨਿਕਲਣੀ ਹੈ ਤਾਂ ਸੋਨਾ ਹੀ ਨਿਕਲਣੀ ਹੈ, ਚਾਂਦੀ ਇਜ਼ ਨਾਟ ਐਕਸੈਪਟੇਬਲ, ਠੀਕ ਹੈ ਨਾ, ਲੋਹਾ ਇਜ਼ ਐਬਸੋਲੂਟਲੀ ਨਾਟ ਐਕਸੈਪਟੇਬਲ। ਦਿਸ ਇਜ਼ ਨਾਟ ਦਾ ਕੇਸ ਯਾਰ। ਮਤਲਬ ਇੱਕ ਬੱਚਾ ਹੈ, ਉਸ ਨੂੰ ਤੁਸੀਂ ਆਈ ਐਮ ਐਬਸੋਲੂਟਲੀ ਇਨ ਦਾ ਫੇਵਰ ਆਫ ਐਜੂਕੇਸ਼ਨ। ਬਹੁਤ ਅੱਛਾ ਗਿਆਨ ਬੱਚੇ ਨੂੰ ਦੇਣਾ ਚਾਹੀਦਾ ਹੈ, ਬਟ ਦੈਟ ਸ਼ੁੱਡ ਨਾਟ ਬੀ ਪ੍ਰੈਸ਼ਰਾਈਜ਼ਡ। ਐਵਰੀਬਾਡੀ ਹੈਜ਼ देयर ਓਨ ਸਕਿੱਲ, देयर ਓਨ ਐਬਿਲਿਟੀ। ਉਹਨੂੰ ਇੰਜੋਏ ਕਰਨ ਔਰ ਉਹਨੂੰ ਆਨਰ ਕਰਨ, ਬੇਸਿਕਲੀ ਉਹਨੂੰ ਨਰਚਰ ਕਰਨ, ਉਹਨੂੰ ਪਿਆਰ ਕਰਨ। ਉਹਨੂੰ ਜਿੱਦਾਂ ਤੁਸੀਂ ਉਹਨੂੰ ਨਰਚਰ ਕਰੋਗੇ ਉਨਾ ਹੀ ਬੱਚਾ ਖਿਲ ਕੇ ਆਏਗਾ, ਉਨਾ ਹੀ ਬੱਚਾ ਜ਼ਿਆਦਾ ਸ਼ਾਂਤ ਹੋਏਗਾ ਜੀ। ਸਰ
ਕਿੰਨੇ ਸਾਰੇ ਸਟੂਡੈਂਟਸ ਦੀ ਤੁਸੀਂ ਹੈਲਪ ਕੀਤੀ ਹੈ ਟੂ ਡਿਵੈਲਪ देयर ਕੈਰੀਅਰਸ? ਆਈ ਮੀਨ ਥਾਊਜ਼ੈਂਡਸ ਆਫ ਸਟੂਡੈਂਟਸ ਹੈਵ ਗੋਨ ਥਰੂ ਯੂਰ ਇੰਸਟੀਚਿਊਟ ਐਂਡ ਦੇ ਹੈਵ ਬੀਨ ਐਟ ਟੌਪ ਪੋਜੀਸ਼ਨਸ ਅਕ੍ਰੋਸ ਦ ਗਲੋਬ ਸਰ। ਹੁਣ ਕਦੇ-ਕਦੇ ਤੁਹਾਨੂੰ ਕਾਲ ਜਾਂਦੇ ਹੋਣੇ ਆਪਣੇ ਪੁਰਾਣੇ ਸਟੂਡੈਂਟਸ ਦੇ, ਹਾਊ ਡੂ ਯੂ ਫੀਲ ਸਰ? ਦੇ ਉਹ ਤੁਹਾਨੂੰ ਥੈਂਕ ਯੂ ਕਰਦੇ ਆ ਔਰ ਤੁਹਾਨੂੰ ਕਹਿੰਦੇ ਕਿ ਸਰ ਤੁਸੀਂ ਸਾਡੀ ਜ਼ਿੰਦਗੀ ਬਣਾ ਦੀ, ਉਸ ਟਾਈਮ ਤੁਹਾਨੂੰ ਕਿਸ ਤਰੀਕੇ ਦਾ ਫੀਲ ਹੁੰਦਾ ਸਰ? ਲੇਕਿਨ ਜਦੋਂ ਅਸੀਂ ਬਾਹਰ ਜਾਂਦੇ ਆ, ਸਾਡੇ ਸਟੂਡੈਂਟਸ ਮਿਲਦੇ ਆ ਜੀ, ਉਹ ਸਟੂਡੈਂਟ ਕਹਿੰਦੇ ਆ ਕਿ ਮੈਂ ਤੁਹਾਡਾ ਸਟੂਡੈਂਟ ਸੀ ਫਲਾਣ ਜਗ੍ਹਾ, ਮੈਂ ਤੁਹਾਨੂੰ ਪਛਾਣਦਾ ਹਾਂ, ਠੀਕ ਹੈ ਨਾ, ਤੇ ਉਹ ਸਾਨੂੰ ਨਾ ਐਡੀਸ਼ਨਲ ਸਰਵਿਸਿਜ਼ ਜੋ ਵੀ ਹਾਂਜੀ ਜੋ ਕਰ ਕਿ ਸਕਦੇ ਤੁਸੀਂ ਬੈਠੋ ਜੀ ਅਸੀਂ ਤੁਹਾਡੇ ਵਾਸਤੇ ਕਰਦੇ ਹਾਂ, ਡੋਂਟ ਈਟ ਦਿਸ ਮੇ ਨਾਟ ਬੀ ਟੇਸਟੀ ਫॉर ਯੂ, ਮੈਂ ਤੁਹਾਡੇ ਵਾਸਤੇ ਸ਼ੈਫ ਤੋਂ ਨਵਾਂ ਉਹ ਬਣਾ ਦਿੰਦੀ ਹਾਂ, ਮਤਲਬ ਦਿਸ ਆਲ ਹੈਜ਼ ਹੈਪਨਡ ਵਿਦ ਮੀ। ਤੇ ਮੈਂ ਇੱਕ ਮੈਸੇਜ ਸਾਰੇ ਟੀਚਰਸ ਨੂੰ ਦੇਣਾ ਚਾਹਾਂਗਾ ਜੀ ਕਿ ਇਹ ਉਹੀ ਸਟੂਡੈਂਟ ਹੈ ਜਿਸ ਤੋਂ ਅਸੀਂ ਪੈਸੇ ਲੈ ਕੇ ਪੜਾਇਆ ਜੀ, ਬਹੁਤ ਪੇਨ ਹੈ ਭਾਜੀ ਜੀ, ਹਾਂਜੀ ਉਹ ਨਾ, ਲੇਕਿਨ ਜਦੋਂ ਬੱਚਾ ਇੱਜ਼ਤ ਕਰਦਾ ਨਾ, ਉਹ ਬਿਨਾਂ ਪੈਸੇ ਲੈ ਕੇ ਇੱਜ਼ਤ ਕਰਦਾ। ਬਿਲਕੁਲ ਬਿਲਕੁਲ ਸਰ। ਉਹ ਜਦ ਤੁਹਾਡਾ ਜੀ ਸ਼ੁਕਰੀਆ ਅਦਾ ਕਰਦਾ ਹੈ ਜੀ, ਉਹ ਜਦ ਤੁਹਾਨੂੰ ਰਿਸਪੈਕਟ ਦਿੰਦਾ ਹੈ ਜਾਂ ਤੁਹਾਨੂੰ ਐਡੀਸ਼ਨਲ ਉਹ ਇੱਕ ਮਹਿਸੂਸ ਕਰਵਾਉਂਦਾ ਕਿ ਤੁਸੀਂ ਵੀਆਈਪੀ ਹੋ, ਉਹ ਪੈਸੇ ਲੈ ਕੇ ਨਹੀਂ ਮਹਿਸੂਸ ਕਰਵਾਉਂਦਾ, ਉਹ ਇੱਥੋਂ ਮਹਿਸੂਸ ਕਰਵਾਉਂਦਾ। ਬਿਲਕੁਲ ਬਿਲਕੁਲ ਸਰ। ਐਨੀ 3 ਥਿੰਗਸ which the students or the youngsters should not do? ਜੋ ਸਟੂਡੈਂਟਸ ਨੇ ਸਾਡੇ, ਮੈਂ ਉਹਨਾਂ ਨੂੰ ਇਹ ਕਹਾਂਗਾ ਕਿ ਓਵਰਨਾਈਟ ਸਕਸੈਸ ਜੀ ਦਾ ਜਿਹੜਾ ਡ੍ਰੀਮ ਹੈ ਜੀ, ਅਗਰ ਤੁਸੀਂ ਉਸ ਨੂੰ ਫੋਲੋ ਨਹੀਂ ਕਰਦੇ ਜੀ ਤੇ ਪੇਸ਼ੈਂਸ ਰੱਖਦੇ ਹੋ, ਜੀ, ਤੁਸੀਂ ਆਪਣੇ ਸਾਰੇ ਮੁਕਾਮ, ਆਪਣੇ ਸਾਰੇ ਡ੍ਰੀਮਸ ਪੂਰੇ ਕਰ ਲੋਗੇ। ਜੀ ਜੀ, ਜਿਹੜਾ ਅਸੀਂ ਓਵਰਨਾਈਟ ਜੀ ਸਾਰੀ ਚੀਜ਼ਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਜੀ, ਦੈਟਸ ਅ ਪ੍ਰੋਬਲਮ। ਜੀ ਬਿਲਕੁਲ ਸਹੀ ਕਹਿ ਰਹੇ ਪੇਸ਼ੈਂਸ, ਜੀ, ਇਮਾਨਦਾਰੀ, ਹਾਰਡ ਵਰਕ, ਤਿੰਨ ਚੀਜ਼ਾਂ ਨੂੰ ਪਕੜ ਕੇ ਰੱਖਣ ਜੀ, ਤੇ ਦਿਲ ਵੀ ਥਰੂ ਤੇ ਨਾ ਕੰਮ ਕਰਨ ਵਾਲੇ ਕਿਹਾ, ਡੋਂਟ ਐਕਸਪੈਕਟ ਰਿਜ਼ਲਟਸ ਟੂ ਬੀ देयर ਜੀ ਨੈਕਸਟ ਡੇ ਇਨ ਦ ਮਾਰਨਿੰਗ। ਜੀ ਜੀ ਬਿਲਕੁਲ ਬਿਲਕੁਲ ਸਰ। ਥੈਂਕ ਯੂ ਵੈਰੀ ਮਚ ਸਰ। ਥੈਂਕ ਯੂ We ਬ੍ਰਦਰ। had a great conversation and Thank I you. think ਬਹੁਤ ਸਾਰੇ ਸਟੂਡੈਂਟਸ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਸਾਰੀ ਜਰਨੀ ਸੁਣਨ ਤੋਂ ਬਾਅਦ ਇਨਸਪਾਇਰ ਹੋਣਗੇ। They would be inspired to become like you, to be successful like you. Thank you. And sir, all the best for the future. Thank you. And I'm sure Touchstone is going to touch the great heights and the next level heights in the complete and the entire world. Thank you. Thank you very much. Thank you very much. So this was Ashutosh Anand sir, the founder of Touchstone at Friday Talks. So see you next week. Till then, stay safe, stay healthy.